ਗੁਰਮੁਖ ਸਿੰਘ ਦੇ ਅੰਦਰ ਇੱਕ ਸਵਾਲ ਉੱਠਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਣ ਤੋਂ ਬਾਅਦ ਪਹਿਲਾਂ ਇਹ ਵੀ ਗੱਲ ਖਿਆਲ ਵਿੱਚ ਰੱਖੋ ਕਿ ਅਕਸਰ ਮੈਂ ਫਤਿਹ ਨਹੀਂ ਬੁਲਾਉਂਦਾ ਹਾਂ, ਜਿਵੇਂ ਸਿੱਖ ਪ੍ਰਚਾਰਕ ਜ਼ਿਆਦਾਤਰ ਬੁਲਾਉਂਦੇ ਹਨ। ਸ਼ੁਰੂਆਤ ਵੇਲੇ ਵੀ ਬੁਲਾਉਂਦੇ ਹਨ ਜਾਂ ਸਮਾਪਤੀ ਵੇਲੇ ਵੀ ਬੁਲਾਉਂਦੇ ਆ। ਹਿੰਦੂ ਪ੍ਰਚਾਰਕ ਆਪਣੇ ਢੰਗ ਨਾਲ ਬੁਲਾਉਂਦੇ ਹਨ। ਜੈ ਮਾਤਾ ਦੀ ਜਾਂ ਜੈ ਬਾਬੇ ਦੀ ਜਾਂ ਜਿਹਨੂੰ ਵੀ ਮੰਨਣ ਵਾਲਾ ਹੈ, ਕੋਈ ਜਿਹੜੀ ਵੀ ਪਰੰਪਰਾ 'ਚ ਪੈਦਾ ਹੋਇਆ, ਕੋਈ ਓਮ ਤਤ ਸਤ ਕਹਿ ਦਿੰਦਾ ਹੈ। ਅਤੇ ਹਰ ਇੱਕ ਜਿਹੜੀ ਵੀ ਸੰਪਰਦਾ ਦੇ ਵਿੱਚ ਹੈ, ਜਿਹੜੇ ਧਰਮ ਦੇ ਨਾਲ ਸੰਬੰਧਿਤ ਹੈ, ਉਸ ਧਰਮ ਦੇ ਸ਼ਬਦ ਦਾ ਉਪਯੋਗ ਕਰਦਾ ਹੈ। ਅਤੇ ਮੈਂ ਇਹ ਖਿਆਲ ਵਿੱਚ ਤੁਹਾਡੇ ਤੋਂ ਆਉਣਾ ਚਾਹੁੰਦਾ ਹਾਂ ਵੀ ਇਸ 'ਤੇ ਐਸੇ ਸ਼ਬਦਾਂ ਦਾ ਇਸ ਕਰਕੇ ਉਪਯੋਗ ਨਹੀਂ ਕੀਤਾ ਜਾਂਦਾ ਹੈ ਕਿਉਂਕਿ ਇਹ ਕਿਸੇ ਪਰੰਪਰਾ ਦੇ ਨਾਲ ਸੰਬੰਧਿਤ ਨਹੀਂ ਹੈ। ਇਹ ਦੱਸਣ ਵਾਸਤੇ ਕਿਸੇ ਵੀ ਪਰੰਪਰਾ ਦਾ ਸ਼ਬਦ ਐਸਾ ਨਹੀਂ ਉਪਯੋਗ ਵਿੱਚ ਲਿਆਇਆ ਜਾਂਦਾ। ਦੂਸਰੀ ਗੱਲ ਹੈ ਵੀ ਇਹ ਜੋ ਬੋਲਿਆ ਜਾਂਦਾ ਹੈ ਨਾ, ਸਿੱਖ ਪਰਸਪਰ ਮਿਲਦੇ ਸਮੇਂ ਵੀ ਬੋਲਦੇ ਹਨ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਇਹ ਬੋਲਣ ਦੀ ਲੋੜ ਨਹੀਂ ਹੈ। ਇਹ ਵਾਸਤਵਿਕ ਦੇ ਵਿੱਚ ਜਿਹੜਾ ਖਾਲਸਾ ਹੈ ਹੀ ਨਾ, ਉਹ ਜਾਣਦਾ ਹੈ ਵੀ ਫਤਿਹ ਸਦਾ ਪਰਮਾਤਮਾ ਦੀ ਹੀ ਹੁੰਦੀ ਹੈ। ਕਹਿਣ ਦੀ ਕੀ ਲੋੜ ਹੈ। ਕਹਿੰਦਾ ਤੇ ਉਹ ਹੈ ਜਿਹੜਾ ਖਾਲਸਾ ਨਹੀਂ ਹੈ। ਵੀ ਵਾਹਿਗੁਰੂ ਜੀ ਕਾ ਖਾਲਸਾ ਹੋਊਗਾ ਅਤੇ ਉਹਦੀ ਫਤਿਹ ਹੋਊਗੀ। ਅਤੇ ਜਿਹੜਾ ਖਾਲਸਾ ਹੈ ਉਹ ਜਾਣਦਾ ਹੈ ਵੀ ਉਹਦੀ ਹੀ ਫਤਿਹ, ਉਹਦੀ ਹੀ ਜਿੱਤ ਹੈ। ਹਾਰ ਵੀ ਉਹਦੀ ਹੈ, ਇਸ ਕਰਕੇ ਹਾਰ ਨੂੰ ਵੀ ਉਹ ਜਿੱਤ ਹੀ ਕਹਿੰਦਾ ਹੈ। ਖਿਆਲ ਵਿੱਚ ਰੱਖਿਓ, ਇੱਥੇ ਫਤਿਹ ਦਾ ਭਾਵ ਸਿਰਫ ਇਹ ਨਹੀਂ ਹੈ ਵੀ ਜਿੱਤੀ ਜਿੱਤ ਨੂੰ ਜਿੱਤ ਕਹਿ ਰਿਹਾ ਹੈ ਖਾਲਸਾ। ਜਿਹੜਾ ਖਾਲਸ ਹੋ ਗਿਆ ਨਾ, ਉਹ ਹਾਰ ਨੂੰ ਵੀ ਜਿੱਤ ਕਹਿੰਦਾ ਹੈ। ਕਹਿੰਦਾ ਹਾਰ ਕੇ ਵੀ ਮੈਨੂੰ ਜਿਤਾ ਦਿੱਤਾ, ਤੁਸੀਂ ਸਮਝਾ ਤੇ ਦਿੱਤਾ। ਪਰ ਇਹ ਗੱਲ ਸਿੱਖ ਥੋੜ੍ਹੀ ਜਾਣਦੇ ਹਨ ਵੀ ਇਹਦੇ ਵਿੱਚ ਹਾਰ ਵੀ ਸੰਮਿਲਿਤ ਹੈ। ਉਹ ਸੋਚਦੇ ਹਨ ਵੀ ਜਿੱਤ ਦਾ ਹੀ ਇਹ ਜੈਕਾਰਾ ਹੈ। ਨਹੀਂ, ਜਿਹੜਾ ਵਾਹਿਗੁਰੂ ਦਾ ਹੋ ਗਿਆ ਤਾਂ ਉਹਦੇ ਵਿੱਚ ਉਹ ਜਾਣਦਾ ਹੈ ਵੀ ਵਾਹਿਗੁਰੂ ਕਿਸੇ ਨੂੰ ਜਿਤਾਉਂਦਾ ਹੈ, ਕਿਸੇ ਨੂੰ ਹਰਾਉਂਦਾ ਹੈ। ਅਤੇ ਹਾਰਨ ਵਿੱਚ ਵੀ ਉਹ ਹੈ, ਜਿੱਤ ਵਿੱਚ ਵੀ ਉਹ ਹੈ। ਉੱਧਰ ਵੀ ਉਹ ਹੈ, ਉੱਧਰ ਵੀ ਉਹ। ਲਿਖਿਆ ਹੈ ਨਾ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਆਪੇ ਨਰ ਆਪੇ ਫੁਨ ਨਾਰੀ, ਆਪੇ ਸਾਰ ਆਪੇ ਹੀ ਪਸ। ਦੋਵਾਂ ਪੱਖਾਂ ਦੇ ਵਿੱਚ ਉਹ ਹੀ ਵਰਤਦਾ ਹੈ। ਅਤੇ ਮੈਂ ਕਹਿੰਦਾ ਹਾਂ ਤੁਸੀਂ ਖਾਲਸੇ ਹੋ ਜਾਓ, ਤੁਸੀਂ ਜਾਣੋਗੇ ਵੀ ਜਿੱਤ ਸਦਾ ਹੀ ਉਹਦੀ ਹੈ। ਕਹਿਣ ਦੀ ਲੋੜ ਨਹੀਂ ਹੈ। ਅੱਗੇ ਲਿਖਿਆ ਹੋਇਆ ਹੈ, ਬਾਬਾ ਜੀ ਇੱਕ ਸਵਾਲ ਸੀ ਕਿ ਵਾਹਿਗੁਰੂ ਜੀ ਨੇ ਇਹ ਸੰਸਾਰ ਕਿਉਂ ਸਾਜਿਆ। ਐਸੇ ਸਵਾਲ ਬਹੁਤ ਉਠਾਉਂਦਾ ਹੈ ਮਨ। ਅਕਸਰ ਤੁਸੀਂ ਖਿਆਲ ਕਰੋ, ਸਾਰਿਆਂ ਦੇ ਮਨਾਂ ਦੇ ਵਿੱਚ ਉੱਠਦੇ ਆ। ਪਹਿਲੀ ਤਾਂ ਗੱਲ ਇਹ ਹੈ ਵੀ ਸਵਾਲਾਂ ਦੇ ਕਰਕੇ ਮਨ ਜਿਹੜਾ ਹੈ ਨਾ, ਉਹ ਚੱਲਦਾ ਰਹਿੰਦਾ ਹੈ। ਤੁਹਾਨੂੰ ਚੱਲਣ ਵਾਸਤੇ ਕੋਈ ਨਾ ਕੋਈ ਸਵਾਲ ਚਾਹੀਦਾ ਹੈ, ਤੋਂ ਪੈਦਾ ਕਰਦਾ ਰਹਿੰਦਾ। ਬੱਚਿਆਂ ਵਾਲਾ ਸੁਭਾਅ ਹੈ ਨਾ, ਜਿਵੇਂ ਛੋਟੇ ਬੱਚੇ ਪੁੱਛ ਲੈਂਦੇ ਹਨ ਅਕਸਰ ਵੀ ਪਰਮਾਤਮਾ ਨੇ ਮੈਨੂੰ ਕਿਉਂ ਬਣਾਇਆ, ਕਿਉਂ ਪੈਦਾ ਕੀਤਾ। ਮਾਤਾ ਪਿਤਾ ਕੋ
ਮਾਤਾ ਪਿਤਾ ਕਹਿ ਦਿੰਦੇ ਵੱਡੇ ਹੋ ਕੇ ਜਾਣੋਗੇ। ਹੁਣ ਵੱਡੇ ਹੋ ਕੇ ਕਿਵੇਂ ਪਤਾ ਲੱਗਦਾ ਕਿਉਂ ਬਣਾਇਆ, ਕਿਉਂ ਪੈਦਾ ਕੀਤਾ। ਫਿਰ ਬੱਚੇ ਇਹ ਵੀ ਕਈ ਵਾਰ ਪੁੱਛ ਲੈਂਦੇ ਵੀ ਇਹੋ ਜਿਹਾ ਹੀ ਕਿਉਂ ਬਣਾਇਆ ਜਿਹੋ ਜਿਹਾ ਮੈਂ ਹਾਂ। ਹੁਣ ਇਹਦਾ ਵੀ ਜਵਾਬ ਮਾਤਾ ਪਿਤਾ ਕੋਲ ਨਹੀਂ, ਜਾਂ ਦਿੰਦੇ ਵੀ ਹਨ ਕਈ ਸਮਝਦਾਰ, ਪਰ ਉਹ ਵੀ ਜਵਾਬ ਦਾ ਜਵਾਬ ਨਹੀਂ ਨਾ ਹੁੰਦਾ। ਉਹ ਵੀ ਅਗਰ ਸਮਝਾਉਂਦੇ ਹਨ ਵੀ ਤੇਰੇ ਕਰਮਾਂ ਕਰਕੇ ਤੂੰ ਇਹੋ ਜਿਹਾ ਹੈ, ਤੂੰ ਆਦਤਾਂ ਕਰਕੇ ਇਹੋ ਜਿਹਾ, ਤੇਰੇ ਕਰਮ ਹੀ ਇਹੋ ਜਿਹੇ ਹਨ ਤਾਂ ਤੂੰ ਇਹੋ ਜਿਹਾ ਬਣ ਗਿਆ, ਪਰ ਇਹ ਉੱਤਰ ਥੋੜ੍ਹੇ ਮਿਲਿਆ। ਅਤੇ ਬਹੁਤੇ ਉੱਤਰ ਦਿੱਤੇ ਜਾਂਦੇ ਰਹੇ ਹਨ, ਜਿਵੇਂ ਬੱਚਿਆਂ ਨੂੰ ਦਿੰਦੇ ਆ ਲੋਕ, ਇੱਦਾਂ ਹੀ ਧਾਰਮਿਕ ਜਗਤ ਦੇ ਵਿੱਚ ਵੀ ਉੱਤਰ ਦਿੱਤੇ ਜਾਂਦੇ ਆ ਵੀ ਪਰਮਾਤਮਾ ਨੇ ਕਿਉਂ ਬਣਾਇਆ ਸੰਸਾਰ। ਬਹੁਤ ਦੱਸਿਆ ਜਾਂਦਾ ਹੈ, ਪਰ ਉਹ ਉੱਤਰ ਸੁਣ ਕੇ ਵੀ ਕੀ ਗੱਲ ਉੱਤਰ ਮਿਲ ਗਿਆ ਤੁਹਾਨੂੰ? ਇਹ ਤਾਂ ਵੈਸੇ ਹੀ ਹੋਇਆ ਨਾ, ਜਿਵੇਂ ਛੋਟੇ ਬੱਚੇ ਕਿਤਾਬ ਦੇ ਪਿੱਛੇ ਜੋ ਉੱਤਰ ਲਿਖਿਆ ਹੁੰਦਾ ਹੈ ਉਹ ਹੀ ਉੱਤਰ ਆਪਣੇ ਪੇਪਰਾਂ ਦੇ ਵਿੱਚ ਲਿਖ ਆਉਂਦੇ ਹਨ। ਹੁਣ ਜਿਹੜਾ ਚੈੱਕ ਕਰਦਾ ਹੈ ਪੇਪਰਾਂ ਨੂੰ, ਅਤੇ ਉਹ ਤਾਂ ਦੇਖ ਹੀ ਲੈਂਦਾ ਹੈ ਨਾ ਵੀ ਉੱਤਰ ਤਾਂ ਠੀਕ ਲਿਖਿਆ ਹੋਇਆ ਹੈ, ਜੋ ਲਿਖਿਆ ਹੈ ਇਹਨੇ ਕੰਠ ਕਰ ਲਿਆ ਹੋਵੇਗਾ ਪਿੱਛੋਂ ਕਿਤਾਬ ਤੋਂ। ਕਈ ਬੱਚੇ ਕਰ ਲੈਂਦੇ ਆ, ਪਰ ਇਹਦੇ ਵਿੱਚ ਥਿਊਰੀ ਤਾਂ ਹੈ ਹੀ ਨਹੀਂ। ਅਤੇ ਥਿਊਰੀ ਤੋਂ ਬਿਨਾਂ, ਪ੍ਰੈਕਟੀਕਲ ਤੋਂ ਬਿਨਾਂ ਜਿਹੜਾ ਉੱਤਰ ਆਵੇ ਉਹ ਤਾਂ ਵਿਅਰਥ ਹੋ ਗਿਆ ਨਾ। ਦੇਖੋ ਆਮ ਸਧਾਰਨ ਜਗਤ ਦੇ ਵਿੱਚ ਵੀ ਜਿਹੜਾ ਪ੍ਰੈਕਟੀਕਲ ਤੋਂ ਬਿਨਾਂ ਉੱਤਰ ਆਉਂਦਾ ਹੈ ਉਹਨੂੰ ਨੰਬਰ ਨਹੀਂ ਦਿੰਦੇ ਹਨ, ਕਹਿੰਦੇ ਹਨ ਨਹੀਂ ਇਹਨੇ ਹੱਲ ਨਹੀਂ ਕੀਤਾ, ਇਹਨੇ ਸਿਰਫ ਉੱਤਰ ਲਿਖ ਦਿੱਤਾ। ਪਰ ਅਧਿਆਤਮਿਕ ਜਗਤ ਦੇ ਵਿੱਚ ਜ਼ਿਆਦਾਤਰ ਲੋਕ ਉੱਤਰ ਹੀ ਕੰਠ ਕਰੀ ਬੈਠੇ ਹਨ। ਫਿਰ ਖਿਆਲ ਵਿੱਚ ਰੱਖਿਓ, ਸੰਸਾਰ ਵਿੱਚੋਂ ਬਾਹਰੋਂ ਉੱਤਰ ਮਿਲ ਵੀ ਸਕਦਾ ਹੈ, ਉਹਦਾ ਤੁਸੀਂ ਉਪਯੋਗ ਵੀ ਕਰ ਸਕਦੇ ਹੋ, ਕੰਠ ਵੀ ਕਰ ਸਕਦੇ ਹੋ, ਕੋਈ ਔਖੀ ਗੱਲ ਨਹੀਂ। ਬਹੁਤ ਸਾਰੇ ਉੱਤਰ ਲੋਕ ਇੱਦਾਂ ਹੀ ਯਾਦ ਕਰ ਲੈਂਦੇ ਸੰਸਾਰ ਵਿੱਚ, ਪਰ ਅਧਿਆਤਮਿਕ ਜਗਤ ਦੇ ਵਿੱਚ ਐਸਾ ਨਹੀਂ ਹੁੰਦਾ ਹੈ। ਬਾਹਰੋਂ ਉੱਤਰ ਨਹੀਂ ਮਿਲਦੇ ਹਨ, ਕਿਉਂਕਿ ਉੱਤਰ ਆਉਂਦਾ ਹੈ ਅਧਿਆਤਮਿਕ ਜਗਤ ਦੇ ਵਿੱਚ ਥਿਊਰੀ ਤੋਂ, ਪ੍ਰੈਕਟੀਕਲ 'ਚੋਂ। ਉਹ ਜੋ ਚੱਲਣਾ ਹੈ ਨਾ, ਉੱਧਰੋਂ ਚੱਲ ਚੱਲ ਕੇ ਉੱਤਰ ਮਿਲਦੇ ਹਨ। ਸਿਰਫ ਪੜ੍ਹ ਕੇ, ਸੁਣ ਕੇ ਤੁਹਾਨੂੰ ਉੱਤਰ ਥੋੜ੍ਹੇ ਮਿਲ ਜਾਣਗੇ। ਜ਼ਿਆਦਾਤਰ ਲੋਕ ਇਉਂ ਹੀ ਸੋਚਦੇ ਹਨ, ਬੁੱਧੀਜੀਵੀ, ਵੀ ਘਰ ਬੈਠੇ ਬੈਠੇ ਹੀ ਬਸ ਬਿਸਤਰਿਆਂ ਦੇ ਵਿੱਚ ਅਤੇ ਅਸੀਂ ਉਹ ਸਾਰੇ ਹੀ ਉੱਤਰ ਸਮਝ ਲਵਾਂਗੇ ਜਿਹੜੇ ਉੱਤਰ ਦੇਣ ਵਾਲੇ ਬਹੁਤ ਬਹੁਤ ਸਮਾਂ ਭੋਰਿਆਂ 'ਚ ਰਹੇ ਹਨ। ਇਕਾਂਤ 'ਚ ਰਹੇ ਹਨ, ਉਜਾੜਾਂ 'ਚ ਰਹੇ ਹਨ। ਉਹਨਾਂ ਨੂੰ ਤੁਸੀਂ ਯਾਦ ਕਰਕੇ ਕਿਵੇਂ ਜਾਣ ਲਓਗੇ? ਉਹਨਾਂ ਨੇ ਜਾਣਿਆ ਸੀ ਆਪਣੇ ਜੀਵਨ ਦੇ ਵਿੱਚੋਂ, ਜੀਵਨ ਦਾ ਨਿਚੋੜ ਸੀ ਉੱਤਰ। ਇਹ ਐਸੇ ਹੀ ਹੈ ਜਿਵੇਂ ਸੋਨਾ ਕਹਿ ਦੇਵੇ, ਆ ਸ਼ੁੱਧ ਸੋਨਾ, ਵੀ ਜਿਹੜਾ ਸ਼ੁੱਧ ਸੋਨਾ ਹੈ ਬਿਲਕੁਲ ਸਾਫ਼, ਜਿਹਦੇ 'ਚ ਕੋਈ ਵੀ ਮਿਲਾਵਟ ਨਹੀਂ, ਉਹ ਕੈਸਾ ਹੁੰਦਾ ਹੈ? ਤੁਸੀਂ ਦੱਸ ਦਿਓ ਵੀ ਐਸਾ ਐਸਾ ਹੁੰਦਾ। ਅਤੇ ਉਹ ਯਾਦ ਕਰ ਲਵੇ, ਪਰ ਉਹਨੇ ਜਾਣਿਆ ਨਹੀਂ ਨਾ। ਅਗਰ ਉਹ ਪ੍ਰਕਿਰਿਆ ਥਾਣੀ ਗੁਜ਼ਰ ਜਾਵੇ,
ਅੱਗ ਦੇ ਵਿੱਚ ਪੈਣ ਨੂੰ ਤਿਆਰ ਹੋ ਜਾਵੇ ਤੇ ਸੁਨਿਆਰੇ ਦੀ ਕੁਠਾਲੀ ਦੇ ਵਿੱਚ ਉਹ ਕੜ ਕੜ ਕੇ ਜਦੋਂ ਬਿਲਕੁਲ ਸਾਫ਼ ਹੋ ਜਾਂਦਾ ਨਾ, ਸਾਰੀ ਮੈਲ ਕੱਢ ਦਿੱਤੀ ਜਾਂਦੀ, ਐਨ ਹੋ ਗਿਆ ਸਾਫ਼। ਫਿਰ ਹੋਇਆ ਨਾ ਸਾਫ਼, ਸ਼ੁੱਧ, ਖਾਲਸ। ਫਿਰ ਜਾਣਿਆ ਨਾ, ਤਪ ਕੇ ਜਾਣਿਆ ਸ਼ੁੱਧ ਹੋਣਾ ਕੀ ਹੈ। ਤਪੱਸਰਿਆ ਇਸੇ ਕਰਕੇ ਕਹਿੰਦੇ। ਤੇ ਜਿਹੜਾ ਤਪਿਆ ਹੀ ਨਹੀਂ, ਤਪਣ ਤੋਂ ਬਿਨਾਂ ਖਾਲਸਾ ਦੇ ਅਰਥ ਤੁਸੀਂ ਜਾਣ ਸਕਦੇ ਹੋ? ਸਿਰਫ ਸ਼ਬਦ ਮਾਤਰ ਹੀ ਹੈ ਨਾ। ਸੰਤ ਸ਼ਬਦ ਪੜ੍ਹ ਲੈਂਦੇ ਹੋ ਤੁਸੀਂ, ਗੁਰੂ ਸ਼ਬਦ। ਹੁਣ ਤੁਸੀਂ ਇਹ ਸ਼ਬਦ ਜਿਹੜੇ ਤੁਸੀਂ ਉਪਯੋਗ ਕਰਦੇ ਹੋ ਵੀ ਇਹ ਖਾਲਸਾ ਹੈ, ਇਹ ਬ੍ਰਹਮ ਗਿਆਨੀ ਹੈ, ਤੋ ਸਿਰਫ ਸ਼ਬਦ ਮਾਤਰ ਹੀ ਹਨ, ਉੱਤਰ ਹਨ ਕਹਿ ਲਈ। ਤੇ ਉਹ ਪਤਾ ਨਹੀਂ ਹੈ ਤੁਹਾਨੂੰ। ਤੇ ਅਧਿਆਤਮਿਕ ਜਗਤ ਦੇ ਵਿੱਚ ਇਹ ਖਿਆਲ ਵਿੱਚ ਰੱਖਿਓ ਵੀ ਬਾਹਰੋਂ ਉੱਤਰ ਜਿਹੜੇ ਹਨ ਨਾ, ਅਗਰ ਤੁਸੀਂ ਯਾਦ ਵੀ ਕਰ ਲਓ, ਉਹਨਾਂ ਨੂੰ ਕੰਠ ਵੀ ਕਰ ਲਓ, ਤਾਂ ਵੀ ਤੁਹਾਨੂੰ ਲਾਭਕਾਰੀ ਨਹੀਂ ਹੁੰਦੇ ਹਨ। ਬਹੁਤਿਆਂ ਨੂੰ ਨਹੀਂ ਹੋ ਰਹੇ ਹਨ। ਉਹਨਾਂ ਦਾ ਜੀਵਨ ਵੈਸੇ ਹੀ ਚੱਲ ਰਿਹਾ ਹੈ। ਉੱਤਰ ਸਾਰੇ ਹੀ ਉਹਨਾਂ ਨੂੰ ਪਤਾ। ਉਹਨਾਂ ਕੋਲ ਪੁੱਛ ਲਓ, ਸਾਰੇ ਉੱਤਰ ਦੇ ਦੇਣਗੇ ਕਿ ਪਰਮਾਤਮਾ ਨੇ ਕਿਵੇਂ ਬਣਾਈ ਸ੍ਰਿਸ਼ਟੀ, ਪਰਮਾਤਮਾ ਕਿਵੇਂ ਬਣਿਆ, ਕੀ ਹੋਇਆ। ਬਹੁਤ ਉੱਤਰ ਕੰਠ ਕਰੀ ਬੈਠੇ ਹਨ ਲੋਕ, ਪਰ ਉੱਤਰ ਹੀ ਉੱਤਰ ਹਨ। ਉੱਤਰ ਆਉਣੇ ਚਾਹੀਦੇ ਸਨ। ਉਹ ਪ੍ਰਕਿਰਿਆ ਦੇ ਵਿੱਚ ਦੀ ਗੁਜ਼ਰ ਕੇ, ਜਿਹੜੀ ਪ੍ਰਕਿਰਿਆ ਦੇ ਵਿੱਚ ਦੀ ਉੱਤਰ ਦੇਣ ਵਾਲੇ ਗੁਜ਼ਰੇ ਸਨ, ਤੇ ਗੁਜ਼ਰ ਕੇ ਉਹਨਾਂ ਨੇ ਉੱਤਰ ਦਿੱਤੇ ਸਨ। ਤੇ ਉੱਤਰ ਬਾਹਰੋਂ ਤੁਸੀਂ ਨਾਮ ਪੁੱਛੋ, ਤੇ ਬਾਹਰੋਂ ਸੁਣ ਕੇ ਤੁਸੀਂ ਇਹ ਸਮਝ ਵੀ ਨਾ ਲਵੋ ਵੀ ਅਸੀਂ ਸਮਝ ਲਿਆ। ਕਈ ਵਾਰ ਦਿੱਤੇ ਵੀ ਜਾਂਦੇ ਹਨ। ਕੋਈ ਪਰੀਕਰਨ ਚੱਲ ਰਿਹਾ ਹੋਵੇ ਤੇ ਬਹੁਤ ਸਾਰੇ ਉੱਤਰ ਦਿੱਤੇ ਜਾਂਦੇ ਆ, ਪਰ ਤੁਸੀਂ ਉਹ ਸੁਣ ਕੇ ਨਾ ਸਮਝ ਲਿਆ ਕਰੋ ਵੀ ਅਸੀਂ ਸਮਝ ਲਏ ਹਨ, ਸਾਨੂੰ ਪਤਾ ਲੱਗ ਗਿਆ ਹੈ ਜੋ ਇਹ ਕਹਿ ਰਹੇ ਆ। ਉੱਤਰ ਵੀ ਕਈ ਵਾਰ ਇਸ ਕਰਕੇ ਦਿੱਤੇ ਜਾਂਦੇ ਹਨ ਵੀ ਤੁਸੀਂ ਉਸ ਉੱਤਰ ਦੀ ਖੋਜ ਵਿੱਚ ਨਿਕਲੋ। ਇੱਧਰ ਇਹ ਕਿਹਾ ਜਾ ਰਿਹਾ ਹੈ ਵੀ ਖੋਜ ਵਿੱਚ ਨਿਕਲੋ ਉੱਤਰ ਦੀ, ਉੱਤਰ ਵੱਲ ਨੂੰ ਚੱਲੋ, ਯਾਤਰਾ ਕਰੋ, ਉੱਤਰ ਖੋਜੋ, ਤੁਹਾਡੇ ਅੰਦਰੋਂ ਉੱਤਰ ਮਿਲੇਗਾ ਅਧਿਆਤਮ ਦਾ। ਹੁਣ ਤੁਸੀਂ ਜਿਵੇਂ ਪੁੱਛਿਆ ਹੈ ਵੀ ਵਾਹਿਗੁਰੂ ਨੇ ਇਹ ਸੰਸਾਰ ਕਿਉਂ ਬਣਾਇਆ, ਪਰਮਾਤਮਾ ਨੇ ਰਚਨਾ ਕਿਉਂ ਰਚੀ। ਇਸ ਤੋਂ ਪਹਿਲਾਂ ਤੁਸੀਂ ਇਹ ਜਾਣੋ ਵੀ ਤੁਸੀਂ ਕਿਉਂ ਜੀ ਰਹੇ ਹੋ, ਤੁਹਾਨੂੰ ਕਿਉਂ ਪਰਮਾਤਮਾ ਨੇ ਬਣਾਇਆ। ਸੰਸਾਰ ਤੇ ਜੇ ਬਾਹਰ ਹੈ ਨਾ, ਉਹ ਕਿਉਂ ਬਣਾਇਆ, ਉਹ ਅਜੇ ਦੂਰ ਹੈ। ਤੁਸੀਂ ਦ੍ਰਿਸ਼ਟੀ ਆਪਣੇ ਵੱਲ ਕਰੋ ਵੀ ਤੁਸੀਂ ਕਿਉਂ ਹੋ, ਤੁਹਾਡਾ ਜੀਵਨ ਕਿਉਂ ਹੈ, ਤੁਸੀਂ ਕਿਉਂ ਜੀ ਰਹੇ ਹੋ, ਜੀਵਨ ਕਿੱਥੇ ਹੈ, ਤੁਸੀਂ ਕੌਣ ਹੋ। ਇਹ ਬਾਹਰ ਦਾ
ਉੱਤਰ ਨਾ ਖੋਜੋ। ਬਾਹਰ ਦੇ ਉੱਤਰ ਤੇ ਸੰਸਾਰੀ ਖੋਜਦੇ ਹਨ ਵੀ ਸੰਸਾਰ ਕਿਵੇਂ ਬਣਿਆ। ਇਹ ਗੱਲ ਬਾਹਰ ਦੀ ਹੈ। ਸੰਸਾਰ ਕੰਨੀ ਜਿਨ੍ਹਾਂ ਦਾ ਧਿਆਨ, ਉਹ ਸੰਸਾਰ ਨੂੰ ਦੇਖਦੇ ਹਨ, ਸੰਸਾਰ ਦੀ ਵਿਚਾਰ ਕਰਦੇ ਹਨ। ਵਿਗਿਆਨਿਕ ਵੀ ਬਾਹਰ ਸੰਸਾਰ ਦੇ ਪੱਖ ਦੇ ਵਿੱਚ ਉਲਝੇ ਹੋਏ ਹਨ। ਕਈ ਤਾਂ ਹੋਰ ਦੂਰ ਜਾਂਦੇ ਹਨ, ਗ੍ਰਹਿ ਨਛੱਤਰਾਂ ਨੂੰ ਖੋਜਦੇ ਹਨ। ਮੈਂ ਕਹਿੰਦਾ ਬਾਹਰ ਨੂੰ ਨਾ ਖੋਜੋ, ਆਪਣੇ ਮੂਲ ਵੱਲ ਨੂੰ ਆਓ। ਪਹਿਲਾਂ ਤੁਸੀਂ ਜੀ ਰਹੇ ਹੋ ਨਾ, ਇਸ ਜੀਵਨ ਨੂੰ ਹੀ ਖੋਜੋ ਵੀ ਇਹ ਜੀਵਨ ਕੀ ਹੈ। ਇਸ ਜੀਵਨ ਦੇ ਵਿੱਚ ਉਤਰੋ ਤੇ ਜੀਵਨ ਦੇ ਵਿੱਚ ਉਤਰ ਕੇ ਹੀ ਜੀਵਨ ਦਾ ਉੱਤਰ ਮਿਲੇਗਾ। ਜੀਵਨ ਦਾ ਉੱਤਰ ਮਿਲ ਗਿਆ ਤੇ ਫਿਰ ਸਾਰੇ ਹੀ ਉੱਤਰ ਮਿਲ ਜਾਣਗੇ। ਜਿਵੇਂ ਕਈਆਂ ਮਹਾਂਪੁਰਸ਼ਾਂ ਨੇ ਕਿਹਾ ਹੈ ਨਾ, ਤੁਸੀਂ ਕੌਣ ਹੋ ਇਹ ਖੋਜੋ। ਸਿਰਫ ਉੱਤਰ ਉੱਦਾਂ ਹੀ ਨਾ ਕੰਠ ਕਰ ਲਓ ਵੀ ਮੈਂ ਪਰਮਾਤਮਾ ਹਾਂ, ਜੇ ਕਈ ਕਰ ਲੈਂਦੇ। ਇਹਦੇ ਨਾਲ ਹੀ ਲਾਭ ਹੋਣਾ। ਖੋਜਣਾ, ਖੋਜਦੇ ਜਾਓ, ਖੋਜਦੇ ਜਾਓ, ਖੋਜਦੇ ਜਾਓ, ਅਤੇ ਆਪੇ ਪਤਾ ਲੱਗ ਜਾਣਾ। ਉੱਤਰ ਮਿਲ ਹੀ ਜਾਣਾ ਕਦੇ ਨਾ ਕਦੇ ਖੋਜਦੇ ਰਹੇ।